ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਦੇ ਨਾਲ ਸ਼ੁਕਰਗੁਜ਼ਾਰ ਹਾਂ ਅਸੀਂ ਤੁਹਾਡੇ ਸਾਰਿਆਂ ਦੇ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਇੰਨਾ ਸਲਾਹਿਆ, ਇੰਨੀ ਸ਼ਲਾਘਾ ਕੀਤੀ, ਇੰਨਾ ਸਮਰਥਨ ਕੀਤਾ, ਇੰਨੀ ਸਪੋਰਟ ਕੀਤੀ ਔਰ ਇਸੇ ਕਰਕੇ ਅਸੀਂ ਆਪਣੇ 100 ਐਪੀਸੋਡਸ ਪੂਰੇ ਕਰ ਸਕੇ ਹਾਂ। ਔਰ ਸਾਨੂੰ ਉਮੀਦ ਆ ਕਿ ਤੁਸੀਂ ਇਸੇ ਤਰ੍ਹਾਂ ਇਸ ਪ੍ਰੋਗਰਾਮ ਨੂੰ ਆਪਣਾ ਸਹਿਯੋਗ, ਆਪਣਾ ਸਨੇਹ, ਆਪਣਾ ਪਿਆਰ ਦਿੰਦੇ ਰਹੋਗੇ ਤਾਂ ਕਿ ਅਸੀਂ ਕਈ 100 ਹੋਰ ਐਪੀਸੋਡਸ ਇਸ ਤਰ੍ਹਾਂ ਦੇ ਤੁਹਾਡੇ ਤੱਕ ਲੈ ਕੇ ਆ ਸਕੀਏ। ਅੱਜ ਗੱਲ ਕਰਨੀ ਆ ਵਨ ਨੇਸ਼ਨ ਵਨ ਇਲੈਕਸ਼ਨ। ਇਹ ਤੁਹਾਨੂੰ ਪਤਾ ਹੀ ਆ, ਬੀਤੇ ਸ਼ਨੀਚਰਵਾਰ ਯਾਨੀ ਕਿ ਸੈਟਰਡੇ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੁੰਦੀ ਆ ਭਾਰਤ ਸਰਕਾਰ ਵੱਲੋਂ ਔਰ ਉਸ ਨੋਟੀਫਿਕੇਸ਼ਨ ਦੇ ਅਧੀਨ ਇੱਕ 8 ਮੈਂਬਰੀ ਪੈਨਲ ਬਣਾ ਦਿੱਤਾ ਜਾਂਦਾ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਅਧੀਨ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪੈਨਲ ਬਣਦਾ ਔਰ ਇਹਦੇ ਵਿੱਚ ਕਈ ਪ੍ਰੋਮੀਨੈਂਟ ਮੈਂਬਰਸ ਹੁੰਦੇ ਨੇ, ਜਿਸ ਤਰ੍ਹਾਂ ਕਿ ਭਾਰਤ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਉਹ ਵੀ ਇਸ ਦੇ ਮੈਂਬਰ ਨੇ। ਔਰ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਬਹੁਤ ਸਾਲ ਜਿਨ੍ਹਾਂ ਨੇ ਆਪਣੇ ਸਾਲ ਬਿਤਾਏ ਨੇ ਉਹਨਾਂ ਦੇ ਨਾਲ ਜੁੜੇ ਰਹੇ ਨੇ, ਉਹਨਾਂ ਕਰਕੇ ਉਹ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵੀ ਰਹੇ ਨੇ। ਮੈਂ ਗੁਲਾਮ ਨਬੀ ਆਜ਼ਾਦ ਦੀ ਗੱਲ ਕਰ ਰਿਹਾ, ਉਹ ਵੀ ਇਸ ਦੇ ਮੈਂਬਰ ਨੇ। ਅਧੀਰ ਰੰਜਨ ਚੌਧਰੀ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਆਪੋਜੀਸ਼ਨ ਦੇ ਲੀਡਰ ਨੇ। ਇਹਨਾਂ ਦਾ ਵੀ ਨਾਂ ਸੀ, ਪਰ ਬੀਤੇ ਐਤਵਾਰ ਨੂੰ ਇਹਨਾਂ ਨੇ ਆਪਣਾ ਨਾਂ ਵਾਪਸ ਲੈ ਲਿਆ। ਇਸ ਕਰਕੇ ਉਹਨਾਂ ਨੇ ਕਿਹਾ ਕਿਉਂਕਿ ਇਹ ਸਾਰੇ ਦਾ ਸਾਰਾ ਪੈਨਲ ਇੱਕ ਆਈ ਵਾਸ਼ ਆ, ਇੱਥੋਂ ਕੁਛ ਨਹੀਂ ਨਿਕਲਣਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਆਲਰੇਡੀ ਆਪਣਾ ਮਨ ਬਣਾ ਲਿਆ ਕਿ ਉਹਨਾਂ ਨੇ ਇਸ ਪੈਨਲ ਨਾਲ ਕਰਨਾ ਕੀ ਆ, ਉਹਨਾਂ ਦਾ ਏਜੰਡਾ ਕੀ ਆ ਜਾਂ ਉਹਨਾਂ ਨੇ ਕਿਸ ਨਤੀਜੇ ਤੱਕ ਪਹੁੰਚਣਾ, ਇਹ ਆਲਰੇਡੀ ਡਿਸਾਈਡ ਕੀਤਾ ਜਾ ਚੁੱਕਾ। ਸੋ ਇਸ ਕਰਕੇ ਮੇਰਾ ਇਸ ਪੈਨਲ ਦੇ ਵਿੱਚ ਬਣੇ ਰਹਿਣਾ ਕੋਈ ਖਾਸ ਜ਼ਰੂਰੀ ਨਹੀਂ। ਇਸ ਕਰਕੇ ਵਿਰੋਧ ਦੇ ਵਿੱਚ ਉਹਨਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੇਵਲ ਇੱਕ ਹੀ ਅਪੋਜੀਸ਼ਨ ਦਾ ਮੈਂਬਰ ਕਿਉਂ, ਬਾਕੀ ਕਿਉਂ ਨਹੀਂ ਤੁਸੀਂ ਕੋਈ ਮੈਂਬਰ ਪਾਏ, ਜਿਸ ਤਰ੍ਹਾਂ ਕਿ ਮਲਿਕਾ ਅਰਜੁਨ ਖੜਗੇ ਜਿਹੜੇ ਰਾਜ ਸਭਾ ਦੇ ਆਪੋਜੀਸ਼ਨ ਦੇ ਲੀਡਰ ਨੇ ਰਾਜ ਸਭਾ ਦੇ ਵਿੱਚ, ਉਹਨਾਂ ਦਾ ਵੀ ਨਾਂ ਨਹੀਂ ਹੈ। ਖੈਰ, ਗੱਲਾਂ ਇਹ ਮੈਂ ਤੁਹਾਨੂੰ ਸਾਰੀਆਂ ਦੱਸਤੀਆਂ। ਮੈਂ ਤੁਹਾਨੂੰ ਇੱਥੇ ਇਹ ਸਾਰੀ ਜਿਹੜੀ ਗੱਲਬਾਤ ਹੈ ਇਸ ਕਰਕੇ ਨਹੀਂ ਦੱਸ ਰਿਹਾ ਕਿਉਂਕਿ ਤੁਹਾਨੂੰ ਪਤਾ ਨਹੀਂ ਆ। ਦਰਅਸਲ ਗੱਲ ਅਸੀਂ ਉਸ ਇੱਕ ਮੈਂਬਰ ਦੀ, ਖਾਸ ਮੈਂਬਰ ਦੀ ਕਰਨੀ ਆ ਜਿਹਦਾ ਇਸ ਵਿੱਚ ਨਾਂ ਸ਼ਾਮਿਲ ਆ ਔਰ ਉਸ ਦਾ ਨਾਂ ਹੈ ਹਰੀਸ਼ ਸਾਲਵੇ। ਹਰੀਸ਼ ਸਾਲਵੇ ਇਸ ਭਾਰਤ ਦੇ ਬੜੇ ਨਾਮੀ ਗ੍ਰਾਮੀ ਤੇ ਉੱਘੇ ਵਕੀਲ ਨੇ ਔਰ ਸਨ 2015 ਦੇ ਵਿੱਚ ਇਹਨਾਂ ਨੂੰ ਪਦਮ ਭੂਸ਼ਣ ਦੇ ਨਾਲ ਵੀ ਨਵਾਜ਼ਿਆ ਗਿਆ। ਔਰ ਇਸੇ ਤਰ੍ਹਾਂ ਤੁਸੀਂ ਦੇਖੋ, ਮੈਨੂੰ ਲੱਗਦਾ ਕਿ ਸ਼ਾਇਦ ਭਾਰਤ ਦੇ ਵਿੱਚ ਹਰੀਸ਼ ਸਾਲਵੇ ਦੀ ਜਿਹੜੀ ਫੀਸ ਹੋਏਗੀ ਜਾਂ ਜਿਹੜੀ ਇਹ ਆਪਣੀ ਇੱਕ ਪ੍ਰੋਫੈਸ਼ਨਲ ਫੀਸ ਲੈਂਦੇ ਨੇ ਲੋਕਾਂ ਤੋਂ ਉਹਨਾਂ ਦੇ ਕੇਸ ਲੜਨ ਲਈ, ਹੋ ਸਕਦਾ ਸਭ ਤੋਂ ਵੱਧ ਹੋਵੇ। ਸਨ 2016 ਦੇ ਵਿੱਚ ਇਕਨੋਮਿਕ ਟਾਈਮਸ ਦੇ ਵਿੱਚ ਜਦੋਂ ਇੱਕ ਰਿਪੋਰਟ ਛਪੀ ਸੀ ਪਨਾਮਾ ਪੇਪਰਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਭਾਰਤ ਦੇ ਬਹੁਤ ਸਾਰੇ ਨਾਮੀ ਗ੍ਰਾਮੀ ਵਿਅਕਤੀਆਂ ਨੇ, ਬਿਜ਼ਨਸਮੈਨ ਨੇ ਜਾਂ ਹੋਰ ਪਰਸਨੈਲਿਟੀਜ਼ ਨੇ ਆਪਣੇ ਜਿਹੜੀਆਂ ਪ੍ਰਾਪਰਟੀਜ਼ ਨੇ ਜਾਂ ਆਪਣੇ ਪੈਸੇ ਨੇ ਉਹ ਕਿਤੇ ਨਾ ਕਿਤੇ ਇਨਵੈਸਟ ਕੀਤੇ ਨੇ ਪਨਾਮਾ ਦੇ ਵਿੱਚ, ਜਿਨ੍ਹਾਂ ਨੂੰ ਪਨਾਮਾ ਪੇਪਰਸ ਕਿਹਾ ਜਾਂਦਾ। ਉਹ ਜਦੋਂ ਲੀਕ ਹੋ ਜਾਂਦੇ ਨੇ ਤੇ ਲਗਭਗ 500 ਪਰਸਨੈਲਿਟੀ ਸੀ ਇਸ ਤਰ੍ਹਾਂ ਦੀਆਂ, 500 ਇਸ ਤਰ੍ਹਾਂ ਦੇ ਵਿਅਕਤੀ ਸੀ ਭਾਰਤ ਦੇ ਜਿਨ੍ਹਾਂ ਦੇ ਨਾਮ ਉਹਦੇ ਵਿੱਚ ਛਾਇਆ ਹੋਏ ਸੀ ਉਸ ਰਿਪੋਰਟ ਦੇ ਵਿੱਚ। ਔਰ ਉਹਦੇ ਵਿੱਚ ਜਿਸ ਤਰ੍ਹਾਂ ਐਸ਼ਵਰਿਆ ਰਾਏ ਬੱਚਨ ਆ ਜਾਂ ਅਮਿਤਾਭ ਬੱਚਨ ਆ, ਅਜੇ ਦੇਵਗਨ ਆ, ਵਿਜੇ ਮਾਲਿਆ ਦਾ ਵੀ ਨਾਂ ਆਉਂਦਾ ਸੀ। ਇਸੇ ਤਰ੍ਹਾਂ ਇੱਕ ਅੰਡਰਵਰਲਡ ਦੇ ਡੌਨ ਇਕਬਾਲ ਮਿਰਚੀ ਦਾਊਦ ਇਬਰਾਹਿਮ ਦੇ ਬਹੁਤ ਨੇੜੇ ਸੀ, ਉਸ ਦਾ ਵੀ ਨਾਂ ਆਉਂਦਾ ਸੀ। ਪਰ ਇਸੇ ਦੌਰਾਨ ਹਰੀਸ਼ ਸਾਲਵੇ ਦਾ ਵੀ ਨਾਮ ਆਇਆ ਸੀ, ਪਰ ਉਹਨਾਂ ਨੇ ਇਸ ਸਾਰੇ ਦੇ ਸਾਰੀ ਰਿਪੋਰਟ ਨੂੰ ਵੀ ਖਾਰਿਜ ਕਰ ਦਿੱਤਾ ਔਰ ਇਹਨਾਂ ਜਿਹੜੇ ਇਲਜ਼ਾਮ ਉਹਨਾਂ ਤੇ ਲੱਗੇ ਸੀ ਕਿ ਉਹਨਾਂ ਦਾ ਵੀ ਨਾਂ ਆ ਰਿਹਾ ਜਾਂ ਉਹਨਾਂ ਦੀਆਂ ਉੱਥੇ ਪ੍ਰਾਪਰਟੀਜ਼ ਆ, ਕਿਉਂਕਿ ਪਨਾਮਾ ਪੇਪਰਸ ਨੇ ਕਿਹਾ ਸੀ ਕਿ ਲਗਭਗ 20,078 ਕਰੋੜ ਦੀਆਂ ਪ੍ਰਾਪਰਟੀਜ਼ ਇੱਥੋਂ ਦੇ ਭਾਰਤੀ ਲੋਕਾਂ ਨੇ ਉੱਥੇ ਰੱਖੀਆਂ ਹੋਈਆਂ। ਖੈਰ, ਇਹਦੀ ਜਾਂਚ ਚੱਲਦੀ ਰਹੀ, ਕੁਛ ਇਹਦੇ ਵਿੱਚੋਂ ਨਿਕਲਿਆ ਨਹੀਂ। ਪਰ ਅਸੀਂ ਅੱਗੇ ਆਉਂਦੇ ਹਾਂ, ਇਹਨੂੰ ਥੋੜ੍ਹਾ ਫਾਸਟ ਫਾਰਵਰਡ ਕਰਦੇ ਹਾਂ। ਜਿਹੜੀ ਅੱਜ ਦੀ ਅਸੀਂ ਗੱਲ ਕਰਨੀ ਆ, ਅਸੀਂ ਗੱਲ ਕਰਨ ਕਿਉਂ ਜਾ ਰਹੇ ਹਾਂ? ਅਸੀਂ ਹਰੀਸ਼ ਸਾਲਵੇ ਦੀ ਗੱਲ ਇਸ ਕਰਕੇ ਨਹੀਂ ਕਰਨ ਜਾ ਰਹੇ ਕਿ ਉਹਨਾਂ ਦਾ ਨਾਂ ਵਿੱਚ ਪਾਤਾ। ਦਰਅਸਲ ਗੱਲ ਉੱਥੋਂ ਸ਼ੁਰੂ ਹੁੰਦੀ ਆ ਜਦੋਂ ਬੀਤੇ 3 ਸਤੰਬਰ ਨੂੰ, ਇਸੇ ਬੀਤੇ ਐਤਵਾਰ ਦੀ ਮੈਂ ਗੱਲ ਕਰ ਰਿਹਾ, ਲੰਡਨ ਦੇ ਵਿੱਚ ਹਰੀਸ਼ ਸਾਲਵੇ ਆਪਣਾ ਵਿਆਹ ਕਰਾ ਲੈਂਦੇ ਨੇ, ਤੀਸਰਾ ਵਿਆਹ।
ਵਿਆਹ ਉਹਨਾਂ ਦਾ ਇੱਕ ਨਿੱਜੀ ਮਾਮਲਾ। 68 ਵਰ੍ਹਿਆਂ ਦੇ ਨੇ ਵੈਸੇ ਹਰੀਸ਼ ਸਾਲਵੇ, ਇਹ ਵੀ ਮੈਂ ਤੁਹਾਨੂੰ ਦੱਸਦਾ 68 ਈਅਰ 올ਡ, ਪਰ ਉਹ ਕਿਸੇ ਉਮਰ ਦੇ ਵਿੱਚ ਵੀ ਕਦੋਂ ਵੀ ਆਪਣਾ ਵਿਆਹ ਕਰਾ ਸਕਦੇ ਨੇ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਉਹਨਾਂ ਦਾ ਨਿੱਜੀ ਮਾਮਲਾ। ਦਰਅਸਲ ਖਬਰ ਇਹ ਵੀ ਨਹੀਂ ਹੈ ਕਿ ਉਹਨਾਂ ਨੇ ਵਿਆਹ ਕਰਾ ਲਿਆ। ਉਸ ਪਾਰਟੀ ਦੇ ਵਿੱਚ, ਜਿਸ ਪਾਰਟੀ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਵੱਡੇ ਲੋਕਾਂ ਨੂੰ ਬੁਲਾਇਆ ਸੀ, ਉਹਨਾਂ ਵਪਾਰੀਆਂ ਨੂੰ, ਉਹਨਾਂ ਪਰਸਨੈਲਿਟੀਜ਼ ਨੂੰ, ਉਹਨਾਂ ਉੱਚੇ ਰੁਤਬੇ ਵਾਲੇ ਵਿਅਕਤੀਆਂ ਨੂੰ ਜਿਨ੍ਹਾਂ ਨੇ ਇਸ ਪਾਰਟੀ ਦੇ ਵਿੱਚ ਸ਼ਿਰਕਤ ਕੀਤੀ ਸੀ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਨੀਤਾ ਅੰਬਾਨੀ ਵੀ ਸੀ, ਮੁਕੇਸ਼ ਅੰਬਾਨੀ ਦੀ ਪਤਨੀ, ਉਹ ਵੀ ਉੱਥੇ ਮੌਜੂਦ ਸੀ। ਇਸੇ ਤਰ੍ਹਾਂ ਲక్ష్ਮੀ ਨਾਰਾਇਣ ਮਿੱਤਲ, ਜਿਨ੍ਹਾਂ ਦੀ ਇਹ ਆਇਲ ਰਿਫਾਈਨਰੀ ਆ ਬਠਿੰਡਾ ਦੇ ਵਿੱਚ, ਵੈਸੇ ਉਹਨਾਂ ਨੂੰ ਸਟੀਲ ਕਿੰਗ ਵੀ ਕਿਹਾ ਜਾਂਦਾ, ਉਹ ਵੀ ਉੱਥੇ ਮੌਜੂਦ ਸੀ। ਹੋਰ ਵੀ ਬਹੁਤ ਸਾਰੇ ਸੱਜਣ ਉੱਥੇ ਮੌਜੂਦ ਸੀ, ਪਰ ਜਿਹੜੇ ਦੋ ਖਾਸ ਨਾਮ ਸੀ ਜਿਨ੍ਹਾਂ ਕਰਕੇ ਅੱਜ ਆਪਾਂ ਇਹ ਗੱਲ ਕਰ ਰਹੇ ਹਾਂ, ਉਹ ਸੀ ਇੱਕ ਲਲਿਤ ਮੋਦੀ ਤੇ ਦੂਸਰੇ ਸੀ ਮੋਇਨ ਅਖਤਰ ਕੁਰੈਸ਼ੀ। ਲਲਿਤ ਮੋਦੀ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ। ਜਦੋਂ ਹਰੀਸ਼ ਸਾਲਵੇ ਨੂੰ ਪੁੱਛਿਆ ਗਿਆ ਕਿ ਤੁਹਾਡੀ ਪਾਰਟੀ ਦੇ ਵਿੱਚ ਟੋਸਟ ਕਰ ਰਹੇ ਸੀ, ਉੱਥੇ ਫਿਰ ਰਹੇ ਸੀ, ਘੁੰਮ ਰਹੇ ਸੀ ਲਲਿਤ ਮੋਦੀ, ਜਿਹੜੇ ਭਾਰਤ ਦੇ ਫਿਊਜੀਟਿਵ ਨੇ, ਭਗੌੜੇ ਨੇ। ਇਸੇ ਤਰ੍ਹਾਂ ਮੋਇਨ ਅਖਤਰ ਕੁਰੈਸ਼ੀ, ਇਹ ਵੈਸੇ ਮੈਂ ਦੱਸਦਾ ਇਹ ਮੀਟ ਐਕਸਪੋਰਟਰ ਨੇ, ਉੱਤਰ ਪ੍ਰਦੇਸ਼ ਦੇ ਨੇ। ਇਹਨਾਂ ਦਾ ਵੀ ਮੈਂ ਤੁਹਾਨੂੰ ਅੱਗੇ ਆਉਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਪੂਰਾ ਚਿੱਠਾ ਦੱਸੂਗਾ। ਤੇ ਜਦੋਂ ਹਰੀਸ਼ ਸਾਲਵੇ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਇਸ ਪਾਰਟੀ ਦੇ ਵਿੱਚ ਲਲਿਤ ਮੋਦੀ, ਇਹ ਤਾਂ ਭਗੌੜੇ ਆ, ਤੇ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਨੌਨਸੈਂਸ ਨੇ, ਉਹ ਭਗੌੜੇ ਨਹੀਂ ਆ, ਕਿਉਂਕਿ ਕਿਸੇ ਵੀ ਕੋਰਟ ਨੇ ਹਜੇ ਤੱਕ ਉਹਨਾਂ ਨੂੰ ਕਨਵਿਕਟ ਨਹੀਂ ਕੀਤਾ, ਉਹਨਾਂ ਨੂੰ ਸਜ਼ਾ ਨਹੀਂ ਸੁਣਾਈ। ਇਹ ਉਹਨਾਂ ਨੇ ਟੈਕਨੀਕਲ ਗਰਾਊਂਡਸ ਤੇ ਗੱਲ ਕਹੀ ਆ। ਤੇ ਉਸ ਤੋਂ ਬਾਅਦ ਖੈਰ ਚਰਚਾਵਾਂ ਇਹ ਸ਼ੁਰੂ ਹੋ ਗਈਆਂ ਕਿ ਆਖਿਰਕਾਰ ਇਹ ਲੋਕ ਉੱਥੇ ਕਰ ਕੀ ਰਹੇ ਸੀ, ਕਿਉਂਕਿ ਇਹਦਾ ਕਾਰਨ ਹੁਣ ਜਿਹੜਾ ਜੋੜ ਬਣਦਾ, ਆਪਸ ਦੇ ਵਿੱਚ ਸੰਬੰਧ ਬਣਦਾ, ਉਹ ਇਸ ਕਰਕੇ ਕਿ ਹਰੀਸ਼ ਸਾਲਵੇ ਉਸ ਪੈਨਲ ਤੇ ਹੋਣ, ਜਿਸ ਪੈਨਲ ਨੇ ਆਪਣੀ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਰਿਪੋਰਟ ਦੇਣੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਭਵਿੱਖ ਦੇ ਵਿੱਚ ਭਾਰਤ ਦੀਆਂ ਇਲੈਕਸ਼ਨਾਂ ਹੋਣੀਆਂ ਕਿਸ ਤਰ੍ਹਾਂ ਨੇ। ਤੇ ਜੇ ਹਰੀਸ਼ ਸਾਲਵੇ, ਜਿਨ੍ਹਾਂ ਦੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਨਜ਼ਰ ਆਉਂਦੇ ਆ, ਤੇ ਫਿਰ ਸਵਾਲ ਤਾਂ ਖੜੇ ਹੁੰਦੇ ਹੀ ਆ, ਚਾਹੇ ਉਹ ਜਿੰਨੀਆਂ ਮਰਜ਼ੀ ਸਫਾਈਆਂ ਦੇ ਲੈਣ, ਪਰ ਮੀਡੀਆ ਵੀ ਸਵਾਲ ਕਰ ਰਿਹਾ। ਬਹੁਤ ਸਾਰੇ ਲੋਕ, ਜੇ ਤੁਸੀਂ ਟਵਿੱਟਰ ਦੇਖੋ, ਐਕਸ ਦੇਖੋ, ਜਾਂ ਸੋਸ਼ਲ ਮੀਡੀਆ ਪੂਰਾ ਭਰਿਆ ਪਿਆ ਇਹਨਾਂ ਸਵਾਲਾਂ ਦੇ ਵਿੱਚ ਕਿ ਕੀ ਇਹ ਭਾਰਤੀ ਜਨਤਾ ਪਾਰਟੀ ਦਾ ਬੈਕਗਰਾਉਂਡ ਦਾ ਕੋਈ ਨੈਟਵਰਕ ਚੱਲ ਰਿਹਾ ਜਿਹਦੇ ਵਿੱਚ ਹਰੀਸ਼ ਸਾਲਵੇ, ਔਰ ਤੁਸੀਂ ਦੇਖੋ ਹਰੀਸ਼ ਸਾਲਵੇ ਉਹ ਭਾਰਤੀ ਜਨਤਾ ਪਾਰਟੀ ਦੇ ਬਹੁਤ ਨੇੜੇ ਨੇ। ਜਿੰਨੇ ਅਹਿਮ ਕੇਸਿਸ ਨੇ, ਚਾਹੇ ਕੇਂਦਰ ਸਰਕਾਰ ਦੇ ਹੋਣ ਜਾਂ ਭਾਰਤੀ ਜਨਤਾ ਪਾਰਟੀ ਦੇ ਹੋਣ, ਇਹ ਹਰੀਸ਼ ਸਾਲਵੇ ਹੀ ਲੜਦੇ, ਉਹ ਵੀ ਮੈਂ ਤੁਹਾਨੂੰ ਦੱਸੂਗਾ ਆਉਣ ਵਾਲੇ ਸਮੇਂ ਦੇ ਵਿੱਚ। ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਇਹ ਲਲਿਤ ਮੋਦੀ, ਜਿਨ੍ਹਾਂ ਬਾਰੇ ਇਹ ਕਹਿ ਰਿਹਾ ਕਿ ਫਿਊਜੀਟਿਵ ਨਹੀਂ ਆ, ਭਗੌੜੇ ਨਹੀਂ ਆ, ਜਾਂ ਕਾਨੂੰਨ ਤੋਂ ਭੱਜੇ ਨਹੀਂ ਹੋਏ, ਥੋੜਾ ਜਿਹਾ ਇਹਨਾਂ ਬਾਰੇ ਵੀ ਜਾਣਦੇ ਆ। ਉਸ ਤੋਂ ਬਾਅਦ ਹਰੀਸ਼ ਸਾਲਵੇ ਤੇ ਵਾਪਸ ਜ਼ਰੂਰ ਆਵਾਂਗੇ। ਲਲਿਤ ਮੋਦੀ ਤੁਸੀਂ ਦੇਖੋ, ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ, BCCI ਆਪਾਂ ਇਹਨੂੰ ਕਹਿੰਦੇ ਆ। BCCI ਨੇ ਸਨ 2013 ਦੇ ਵਿੱਚ ਲਲਿਤ ਮੋਦੀ ਨੂੰ ਪੂਰੇ ਲਾਈਫ ਟਾਈਮ ਲਈ, ਪੂਰੇ ਜੀਵਨ ਲਈ ਪੂਰਾ ਬੈਨ ਕਰਤਾ ਸੀ। ਕਹਿੰਦੇ ਇਹ ਕਿਸੇ ਵੀ ਪੋਜੀਸ਼ਨ ਤੇ ਵਿਅਕਤੀ ਰਹਿ ਨਹੀਂ ਸਕਦਾ ਆਪਣੇ ਪੂਰੇ ਜੀਵਨ ਭਰ ਦੇ ਵਿੱਚ। ਔਰ IPL ਦੇ ਪਹਿਲੇ ਕਮਿਸ਼ਨਰ ਸੀ, ਜਿਹੜੀ ਸਾਡੀ ਇੰਡੀਅਨ ਪ੍ਰੀਮੀਅਰ ਲੀਗ ਹੁੰਦੀ ਆ, ਕ੍ਰਿਕਟ ਦੀ ਲੀਗ ਹੁੰਦੀ ਆ। ਹੋ ਸਕਦਾ ਤੁਹਾਡੇ ਤੋਂ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਇਸ ਨੂੰ ਬੜੇ ਸ਼ੌਕ ਨਾਲ ਦੇਖਦੇ ਹੋਣ। ਉਸ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਅਨਿਯਮਿਤਤਾਵਾਂ ਪਾਈਆਂ ਗਈਆਂ, ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਈਆਂ ਗਈਆਂ, ਇਰੈਗੂਲੈਰਿਟੀਜ਼ ਪਾਈਆਂ ਗਈਆਂ। ਇਸ ਕਰਕੇ ਇਹਨਾਂ ਨੂੰ, ਲਲਿਤ ਮੋਦੀ ਨੂੰ ਕਿਹਾ ਕਿ ਇਹਨਾਂ ਨੇ ਮਿਸਕੰਡਕਟ ਕੀਤਾ, ਯਾਨੀ ਕਿ ਆਪਣੇ ਕੰਡਕਟ ਦੇ ਵਿੱਚ ਜੋ ਇਹਨਾਂ ਦਾ ਆਚਰਣ ਸੀ ਉਹ ਠੀਕ ਨਹੀਂ ਸੀ। ਤੇ ਇਸੇ ਤਰ੍ਹਾਂ ਇਹਨਾਂ ਨੇ ਡਿਸਪਲਿਨ ਵੀ ਭੰਗ ਕੀਤਾ, ਇਨਡਿਸਪਲਿਨ ਵੀ ਕੀਤਾ, ਇਹ ਵੀ ਗੱਲ ਕਹੀ। ਇਸੇ ਕਰਕੇ ਇਹਨਾਂ ਦੇ ਸਾਰੇ ਅਧਿਕਾਰ, ਇਹਨਾਂ ਦੀਆਂ ਸਾਰੀਆਂ ਸਹੂਲਤਾਂ, ਸਾਰਾ ਕੁਝ ਉਹਨਾਂ ਦਿਨਾਂ ਦੇ ਵਿੱਚ ਵਾਪਸ ਲੈ ਲਿਆ ਸੀ। ਔਰ ਉਹ ਜਿਹੜੀ ਡਿਸਪਲਿਨਰੀ ਕਮੇਟੀ ਸੀ BCCI ਦੀ, ਉਹਦੇ ਮੈਂਬਰ ਵੀ ਤੁਸੀਂ ਸੁਣੋਗੇ ਤੇ ਤੁਹਾਨੂੰ ਵਾਕਿਆ ਬੜੀ ਹੈਰਾਨੀ ਹੋਊਗੀ ਔਰ ਦਿਲਚਸਪ ਵੀ ਆ। ਅਰੁਣ ਜੇਤਲੀ, ਜਿਹੜੇ ਹੁਣ ਇਸ ਦੁਨੀਆ ਤੇ ਨਹੀਂ ਰਹੇ, ਉਸ ਵਕਤ ਇਹ BCCI ਦੇ ਵਾਈਸ ਪ੍ਰੈਜ਼ੀਡੈਂਟ ਸੀ ਤੇ ਦਿੱਲੀ
क्रिकेट बोर्ड के उस वक्त के ये प्रैजिडेंट सी, ये उस डिसिपलिनरी कमेटी का हिस्सा सी। ते एक होर बड़ा प्रोमिनेंट नाम सी ज्योतिरादित्य सिंधिया। इस टाइम भारतीय जनता पार्टी दे विच ने और साडे यूनियन मिनिस्टर भी ने, केंद्रीय मंत्री ने। उस वक्त ये कांग्रेस दे विच हुंदे सी ते ये भी इस हिस्सा सी, इसे जिहड़ी डिसिपलिनरी कमेटी बनी सी, अनुशासनी कमेटी बनी सी। उस दे विच इन्हां ने ललित मोदी उत्ते 8 चार्जिज लाए सी कि 8 तरह दीआं बेनियमियां इस व्यक्ति ने कीतियां ने। और उस तो बाद इसे डिसिपलिनरी कमेटी ने BCCI नूं अपनी रिपोर्ट दिती सी सन 2010 दे विच। ये जानना बहुत जरूरी आ कि इस व्यक्ति ने कई तरह दीआं फाइनैंशियल इरैगुलरिटीज़, पैसे का भी हेरफेर जिहड़ा होया वो बड़ी वड्डी पद्धर ते होया। ये गल भी उदों कही गई जदों ये सारा कुछ सामने आया। तो तुहानूं पता होना कि उस तो बाद ललित मोदी इत्थे रहे नहीं, लेकिन ललित मोदी वो व्यक्ति है जिस करके राहुल गांधी की जिहड़ी मैंबरशिप सी मैंबर पार्लीमेंट की वो भी गई। तुसीं याद करो सन 2019 दे विच करनाटक दे विच कोलार वो जगह जिथे राहुल गांधी भाषण दे रहे सी, और उसे भाषण दे विच राहुल गांधी ने कहा सी कि जिहड़े मोदी आ की गल आ, कहंदे इन्हां दे सरनाम जिहड़े भज जांदे ने, भगौड़े हुंदे ने, इन्हां दे सरनेम या इन्हां दे जिहड़े पिछे इन्हां दे गोत लगदे ने, ये कहंदे मोदी क्यों हुंदे आ। उहदे विच इन्हां ने मेहुल चौकसी दा नाम तां लिया ही लिया सी, नीरव मोदी दा, ते इसे तरह ललित मोदी का भी नाम लिया सी, ते नरेंद्र मोदी भारत के प्रधानमंत्री उन्हां दा भी नाम लिया सी। पर केस जिहड़ा होया वो तुहानूं पता ही आ। बाद दे विच ललित मोदी ने उन्हां दिनां दे विच जदों केस चल रहा सी, जदों मैंबरशिप चली गई सी राहुल गांधी की, वो तो बाद दे विच बहाल हुई आ। ललित मोदी ने धमकी दी सी कि मैं केस करूँगा, मैं डेफेमेशन का केस करूँगा और राहुल गांधी नूं कोर्ट दे विच घड़ीसूंगा। हजे तक सानू इस मामले की जानकारी नहीं है कि ललित मोदी ने राहुल गांधी ते किसी तरह का कोई केस किया या नहीं किया। खैर अगे चलते हैं। जदों ललित मोदी ते ये सारे इल्ज़ाम लग गए तो यूके जाना पै गया, तो हुण इत्थे भूमिका आउंदी आ राजस्थान के BJP के साबका मुख मंत्री वसुंधरा राजे दी। सन 2015 दे विच जदों यूके दे विच ललित मोदी ने उत्थे सैटल होना हुंदा ते इन्हां दी सपोर्ट कौन करदा, वसुंधरा राजे। ये एक अंडोर्समेंट लैटर लिखते हैं, अंडोर्स करते हैं कि इनू रह लैण दो, ये ठीक व्यक्ति आ। ये अपने आप दे विच उन्हां दिनां दे विच एक बड़ा वड्डा विवाद उभरिया सी सन 2015 दे विच, जदों वसुंधरा राजे ने ललित मोदी दी यूके विच रहण दी अपनी ये सिफारिश अगे कीती सी। हरीश सालवे ते आने हैं क्योंकि इन्होंने भारत के बड़े वड्डे वड्डे केस लड़े हैं, और ये भारतीय जनता पार्टी के नेड़े किस तरह, ये अपने आप दे विच भी बड़ी वड्डी गल आ। तुसीं याद करो कुलभूषण यादव एक सिपाही या उन्होंने कह दिता गया सी, पाकिस्तान ने जो गिरफ्तार किया सी, कहते ये तो एक भारतीय जसूस आ, और उस नूं मौत की सज़ा सुनाती सी, फांसी की सज़ा सुनाती सी। और उस तो बाद फिर हरीश सालवे नूं ये भारत सरकार ने इन्हां नूं लिया के ते वो केस लड़िया सी इंटरनेशनल कोर्ट ऑफ जस्टिस दे विच, और उस दे विच उस कुलभूषण यादव की जिहड़ी मौत की सज़ा सी वो बचाया सी उहनूं मौत के मूँह दे विच जाण तो, ते उस विच हरीश सालवे ने केवल 1 रुपया लिया सी। ये गल तुहानूं सारिआं नूं पता। और वैसे भी ये कोई पहला केस नहीं आ। तुसीं ये भी याद करो सलमान खान का जिहड़ा केस होया सी रोड रेज का, सन 2002 दे विच हिट एंड रन केस होया सी। उहदे विच सलमान खान नूं 5 साल की सज़ा हो गई सी, ते दसंबर सन 2015 दे विच बॉम्बे हाई कोर्ट दे विच हरीश सालवे अपीयर होए सी, ते हरीश सालवे ने उन्हां नूं सारे जिन्ने उन्हां ते दोष लगे सी सलमान खान ते 5 साल की कैद इत्थे अनाउंस कर दी गई सी, ऐलान कर दिता गया सी, उन्हां तो मुक्त करवाया सी, यानी कि वो एक्विट हो गए सी सारे इन्हां मामलों तो। सो इस करके हरीश सालवे की तुसीं भूमिका समझ सकते हो। वैसे जिहड़ी इन्हां दी हुण 3 सितंबर नूं पत्नी बनी आ, उसका नाम है तरीना तो खैर विआह कराउणा उन्हां दा निजी एक तरह का मामला। पर मैं एक गल तुहानूं जरूर दसदा कि इस तो पहला हरीश सालवे का जिहड़ा विआह सी
ਉਹ ਮੀਨਾਕਸ਼ੀ ਨਾਲ ਹੋਇਆ ਸੀ। 38 ਸਾਲ ਤੋਂ ਵੀ ਵੱਧ ਇਹਨਾਂ ਦਾ ਵਿਆਹ ਰਿਹਾ ਤੇ ਇਹਨਾਂ ਦਾ ਜਾ ਕੇ ਤਲਾਕ ਜਿਹੜਾ ਹੁੰਦਾ ਉਹ ਜੂਨ ਸਨ 2020 ਦੇ ਵਿੱਚ ਹੁੰਦਾ ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਹੋਰ ਵਿਆਹ ਹੁੰਦਾ। ਕਿਉਂਕਿ ਮੈਂ 3 ਵਿਆਹ ਕਹੇ ਸੀ, ਤੀਸਰਾ ਵਿਆਹ ਕਿਹਾ ਸੀ, ਇਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਸੀ। ਇਹ ਵਿਆਹ ਹੁੰਦਾ ਕੈਰੋਲਿਨ ਬ੍ਰੋਸਾਰਡ ਨਾਲ। ਇਹ ਸਨ 2020 ਦੇ ਵਿੱਚ ਟੁੱਟ ਜਾਂਦਾ ਤੇ ਉਸ ਤੋਂ ਬਾਅਦ ਇਹ ਹੁਣ 3 ਸਤੰਬਰ ਸਨ 2023 ਨੂੰ ਇਹ ਵਿਆਹ ਕਰਾਉਂਦੇ ਨੇ। ਔਰ ਹਰੀਸ਼ ਸਾਲਵੇ ਬਾਰੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਭਾਰਤ ਦੇ ਸੋਲਿਸਿਟਰ ਜਨਰਲ ਵੀ ਰਹੇ ਨੇ। ਤੁਸੀਂ ਯਾਦ ਕਰੋ ਸਨ 1999 ਦੇ ਵਿੱਚ ਨਵੰਬਰ 1999 ਤੋਂ ਲੈ ਕੇ ਨਵੰਬਰ ਸਨ 2002 ਤੱਕ ਇਹ ਭਾਰਤ ਦੇ ਸੋਲਿਸਿਟਰ ਜਨਰਲ ਮੈਂ ਥੋੜਾ ਜਿਹਾ ਦੱਸਦਾ, ਅੱਜ ਕੱਲ੍ਹ ਤੁਸ਼ਾਰ ਮਹਿਤਾ ਨੇ ਤੇ ਇਹ ਭਾਰਤ ਸਰਕਾਰ ਦੇ ਦੂਸਰੇ ਨੰਬਰ ਦੇ ਵਕੀਲ ਹੁੰਦੇ ਨੇ, ਪਹਿਲੇ ਹੁੰਦੇ ਨੇ ਅਟਾਰਨੀ ਜਨਰਲ। ਵੈਸੇ ਇਹਨਾਂ ਨੇ ਹਰੀਸ਼ ਸਾਲਵੇ ਨੇ ਅਟਾਰਨੀ ਜਨਰਲ ਬਣਨ ਦੀ ਬਹੁਤ ਕੋਸ਼ਿਸ਼ ਕੀਤੀ ਤੇ ਮੈਨੂੰ ਯਾਦ ਆ ਉਸ ਟਾਈਮ ਮੁਕਲ ਰੋਹਤਗੀ ਬਣ ਗਏ ਸੀ ਤੇ ਇਸ ਤੋਂ ਬਾਅਦ ਫਿਰ ਇੱਕ ਕੋਸ਼ਿਸ਼ ਹੋਈ ਸੀ ਤੇ ਉਦੋਂ ਕੇ ਵੇਨੂਗੋਪਾਲ ਬਣ ਗਏ ਸੀ। ਇਹਨਾਂ ਤੋਂ ਅਟਾਰਨੀ ਜਨਰਲ ਖੈਰ ਬਣਿਆ ਨਹੀਂ ਗਿਆ। ਤੇ ਵੈਸੇ ਮੈਂ ਇਹ ਵੀ ਦੱਸਦਾ ਕਿ ਜਨਵਰੀ ਦੇ ਇਸੇ ਸਾਲ ਦੇ ਜਨਵਰੀ ਦੇ ਮਹੀਨੇ ਦੇ ਵਿੱਚ ਕੁਈਨਜ਼ ਕਾਉਂਸਲ, ਜਿਹੜੀ ਇੰਗਲੈਂਡ ਦੀ ਕੁਈਨ ਆ, ਉਹਦਾ ਕਾਉਂਸਲ ਚੁਣੇ ਗਏ ਸੀ ਇਹ ਵੇਲਜ਼ ਲਈ ਤੇ ਇੰਗਲੈਂਡ ਲਈ। ਇਹ ਇਹਨਾਂ ਦਾ ਇੱਕ ਤਰ੍ਹਾਂ ਦਾ ਰੁਤਬਾ। ਖੈਰ ਅੱਗੇ ਆਉਨੇ ਆ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਮੁਈਨ ਅਖਤਰ ਬਾਰੇ ਜ਼ਰੂਰ ਦੱਸਣਾ ਚਾਹੂੰਗਾ ਕਿ ਮੁਈਨ ਅਖਤਰ ਕੁਰੈਸ਼ੀ ਇਹ ਵੀ ਹਰੀਸ਼ ਸਾਲਵੇ ਦੀ ਪਾਰਟੀ ਦੇ ਵਿੱਚ ਵੇਖੇ ਗਏ। ਇਹਨਾਂ ਦਾ ਕੀ ਰੁਤਬਾ ਜਾਂ ਬੈਕਗਰਾਉਂਡ ਕੀ ਆ, ਇਹ ਮੈਂ ਤੁਹਾਨੂੰ ਇੱਥੋਂ ਸ਼ੁਰੂ ਕਰਦਾ ਕਿ ਇਹਨਾਂ ਨੇ ਕਈ CBI ਦੇ ਡਾਇਰੈਕਟਰ ਖਾ ਗਏ। ਜਿਹੜਾ ਇਹਨਾਂ ਦਾ ਮੀਟ ਦਾ ਵਪਾਰ ਆ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਈਆਂ ਗਈਆਂ ਸੀ ਤੇ ਇਹਨਾਂ ਦੇ ਪਿੱਛੇ IT ਤੋਂ ਲੈ ਕੇ ਇਨਕਮ ਟੈਕਸ ਤੋਂ ਲੈ ਕੇ ED ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਲੈ ਕੇ CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਲੈ ਕੇ ਇਹ ਸਾਰਿਆਂ ਦੀ ਰਡਾਰ ਤੇ ਸੀ। ਇੱਕ ਕਿੱਸਾ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਇਸ ਮੁਈਨ ਅਖਤਰ ਕੁਰੈਸ਼ੀ ਦਾ। ਇਹਨਾਂ ਦੀ ਕੁੜੀ ਦਾ ਵਿਆਹ ਸੀ ਸਨ 2011 ਦੇ ਵਿੱਚ ਰਾਹਤ ਫਤਿਹ ਅਲੀ ਖਾਨ, ਪਾਕਿਸਤਾਨ ਦਾ ਬੜਾ ਨਾਮੀ ਗ੍ਰਾਮੀ ਇਹ ਸਿੰਗਰ ਆ। ਇਸ ਨੂੰ ਆਪਣੀ ਕੁੜੀ ਤੇ ਵਿਆਹ ਤੇ ਇਹਨਾਂ ਨੇ ਬੁਲਾਇਆ ਸੀ ਸਨ 2011 ਦੇ ਵਿੱਚ ਪਰਫਾਰਮ ਕਰਨ ਲਈ, ਤਾਂ ਕਿ ਆ ਕੇ ਜਿੰਨੇ ਇਹਨਾਂ ਦੇ ਗੈਸਟ ਆਏ ਸੀ ਉਹਨਾਂ ਦਾ ਮਨੋਰੰਜਨ ਕਰ ਸਕੇ। ਜਦੋਂ ਵਾਪਸ ਜਾਣ ਲੱਗਾ ਤੇ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਤੇ, ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ 56 ਲੱਖ ਰੁਪਏ ਕੈਸ਼ ਫੜਿਆ ਗਿਆ ਸੀ ਰਾਹਤ ਫਤਿਹ ਅਲੀ ਖਾਨ ਤੋਂ। ਔਰ ਜਦੋਂ ਪੁੱਛਿਆ ਗਿਆ ਤੇ ਉਹ ਕਹਿੰਦੇ ਜੀ ਮੈਨੂੰ ਤਾਂ ਪਰਫਾਰਮੈਂਸ ਲਈ, ਜਿਹੜੀ ਮੈਂ ਉੱਥੇ ਪਰਫਾਰਮੈਂਸ ਦਿੱਤੀ ਆ ਉਹਦੇ ਲਈ ਮੈਨੂੰ ਕੈਸ਼ ਮਿਲਿਆ ਇਹ 56 ਲੱਖ ਰੁਪਏ। ਮੈਂ ਤੁਹਾਨੂੰ ਦੱਸਿਆ ਸੀ ਕਿ CBI ਦੇ ਡਾਇਰੈਕਟਰ ਇਹ ਮੁਈਨ ਅਖਤਰ ਕੁਰੈਸ਼ੀ ਕਿਸ ਤਰ੍ਹਾਂ ਖਾ ਗਿਆ। ਸਨ 2017 ਦੇ ਵਿੱਚ AP ਸਿੰਘ CBI ਦੇ ਡਾਇਰੈਕਟਰ ਸੀ। ਇਸ ਤੋਂ ਪਹਿਲਾਂ ਸਨ 2012 ਦੇ ਵਿੱਚ ਰਣਜੀਤ ਸਿਨਹਾ ਡਾਇਰੈਕਟਰ ਸੀ। ਇਹਨਾਂ ਤੇ ਵੀ ਇਲਜ਼ਾਮ ਲੱਗੇ ਸੀ ਕਿ ਕਿਤੇ ਨਾ ਕਿਤੇ ਇਹਨਾਂ ਨੇ ਮੁਈਨ ਅਖਤਰ ਕੁਰੈਸ਼ੀ ਤੋਂ ਪੈਸੇ ਲਏ ਨੇ, ਇਹਨਾਂ ਤੇ ਕਰਪਸ਼ਨ ਦੇ ਚਾਰजेस ਲੱਗੇ ਸੀ। ਗੱਲ ਇਕੱਲੀ ਇੱਥੇ ਨਹੀਂ ਖਤਮ ਹੁੰਦੀ। ਤੁਸੀਂ ਯਾਦ ਕਰੋ ਅਲੋਕ ਵਰਮਾ ਤੇ ਰਾਕੇਸ਼ ਅਸਥਾਨਾ, ਇਹਨਾਂ ਦੋਨਾਂ ਦੇ ਵਿੱਚ CBI ਡਾਇਰੈਕਟਰ ਬਣਨ ਦੀ ਕਿੰਨੀ ਹੋੜ ਲੱਗੀ ਸੀ। ਔਰ ਉਸ ਤੋਂ ਬਾਅਦ ਸਨ 2018 15 ਅਕਤੂਬਰ ਨੂੰ ਰਾਕੇਸ਼ ਅਸਥਾਨਾ, ਜਿਹੜੇ ਬਾਅਦ ਦੇ ਵਿੱਚ ਦਿੱਲੀ ਦੇ ਪੁਲਿਸ ਕਮਿਸ਼ਨਰ ਵੀ ਬਣੇ, ਇਹਨਾਂ ਤੇ ਵੀ ਕੇਸ ਦਰਜ ਹੋ ਗਿਆ ਸੀ ਕਰਪਸ਼ਨ ਦਾ ਔਰ ਉਹਦੇ ਵਿੱਚ ਵੀ ਮੁਈਨ ਅਖਤਰ ਦਾ ਨਾਮ ਆਉਂਦਾ ਸੀ। ਇਸੇ ਤਰ੍ਹਾਂ ਅਲੋਕ ਵਰਮਾ ਨੂੰ ਸਨ 2018 ਨੂੰ 24 ਅਕਤੂਬਰ ਦੀ ਰਾਤ ਨੂੰ ਅਚਾਨਕ ਹਟਾ ਦਿੱਤਾ ਗਿਆ ਸੀ। ਸਾਰੇ ਕਮਰੇ ਸੀਲ ਕਰ ਦਿੱਤੇ ਸੀ। ਕਿਸੇ ਦਿਨ ਤੁਹਾਨੂੰ ਮੈਂ ਕਹਾਣੀ ਸੁਣਾਉਂਗਾ, ਉਸ ਦੇ ਵਿੱਚ ਵੀ ਇਹ ਮੁਈਨ ਕੁਰੈਸ਼ੀ ਦਾ ਨਾਮ ਆਉਂਦਾ। ਸੋ ਤੁਸੀਂ ਆਪ ਸਮਝ ਸਕਦੇ ਹੋ ਕਿ ਇਹ ਮੁਈਨ ਕੁਰੈਸ਼ੀ ਕੌਣ ਆ। ਹੁਣ ਆਉਨੇ ਆ ਕਿ ਹਰੀਸ਼ ਸਾਲਵੇ ਕੀ ਭਾਰਤ ਦੇ ਨਾਗਰਿਕ ਨੇ ਜਾਂ ਉਹ UK ਦੇ ਜਾਂ ਇੰਗਲੈਂਡ ਦੇ ਨਾਗਰਿਕ ਨੇ, ਯੂਨਾਈਟਿਡ ਕਿੰਗਡਮ ਦੇ ਨਾਗਰਿਕ ਨੇ। ਇਸ ਉੱਤੇ ਬੜੇ ਸਵਾਲ ਖੜੇ ਹੁੰਦੇ ਆ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਸੀ ਕਿ ਹਰੀਸ਼ ਸਾਲਵੇ ਅਕਸਰ ਭਾਰਤ ਦੇ ਵਿੱਚ ਬਹੁਤ ਵੱਡੇ ਵੱਡੇ ਕੇਸਾਂ ਦੇ ਵਿੱਚ ਅਪੀਅਰ ਹੁੰਦੇ ਨੇ। ਤੁਸੀਂ ਯਾਦ ਕਰੋ ਕਿਸਾਨਾਂ ਦਾ ਉਹ ਅੰਦੋਲਨ ਜੋ ਸਨ 2021 ਦੇ ਵਿੱਚ ਅਖੀਰ ਤੇ ਆ ਕੇ ਖਤਮ ਹੁੰਦਾ, ਲਗਭਗ ਸਾਲ ਉਹ ਚੱਲਦਾ। ਇਸ ਦੌਰਾਨ ਸੁਪਰੀਮ ਕੋਰਟ ਦੇ ਵਿੱਚ ਜਿੰਨੀਆਂ ਸੁਣਵਾਈਆਂ ਹੋ ਰਹੀਆਂ ਸੀ, ਭਾਰਤ ਸਰਕਾਰ ਲਈ, ਦਿੱਲੀ ਪੁਲਿਸ ਲਈ ਹਰੀਸ਼ ਸਾਲਵੇ ਅਪੀਅਰ ਹੁੰਦੇ ਸੀ। ਔਰ ਹਰੀਸ਼ ਸਾਲਵੇ ਹਮੇਸ਼ਾ ਕਹਿੰਦੇ ਸੀ ਕਿ ਇਹਨਾਂ ਕਿਸਾਨਾਂ ਨੂੰ ਇੱਥੋਂ ਹਟਾਉਣਾ ਚਾਹੀਦਾ,
ਇਹਨਾਂ ਦੇ ਖਿਲਾਫ ਦਿੱਲੀ ਪੁਲਿਸ ਦਾ ਇਸਤੇਮਾਲ ਹੋਣਾ ਚਾਹੀਦਾ, ਬਲ ਦਾ ਪ੍ਰਯੋਗ ਹੋਣਾ ਚਾਹੀਦਾ, ਇਹ ਗੱਲ ਵੀ ਉੱਥੇ ਕਹਿੰਦੇ ਸੀ। ਉਸ ਟਾਈਮ ਤੁਹਾਨੂੰ ਯਾਦ ਹੋਣਾ ਭਾਰਤ ਦੇ ਚੀਫ ਜਸਟਿਸ ਹੁੰਦੇ ਸੀ ਐਸ ਏ ਬੋਬਡੇ, ਉਹ ਇਸ ਗੱਲ ਨੂੰ ਮੰਨਦੇ ਨਹੀਂ ਸੀ। ਉਹਨਾਂ ਨੂੰ ਪਤਾ ਸੀ ਕਿ ਇਹਦੇ ਨਾਲ ਕੰਮ ਬਹੁਤ ਖਰਾਬ ਹੋ ਸਕਦਾ। ਤੇ ਦੂਸਰੇ ਪਾਸੇ ਕਿਸਾਨਾਂ ਦੇ ਵਕੀਲ ਹੁੰਦੇ ਸੀ ਦੁਸ਼ਯੰਤ ਦਵੇ, ਤੇ ਨਾਲ ਉਹਨਾਂ ਦੇ ਹੁੰਦੇ ਸੀ ਪ੍ਰਸ਼ਾਂਤ ਭੂਸ਼ਣ, ਹੋਰ ਵੀ ਬਹੁਤ ਸਾਰੇ ਹੁੰਦੇ ਸੀ। ਉਹ ਇਸ ਗੱਲ ਦੀ ਖਿਲਾਫਤ ਕਰਦੇ ਸੀ। ਕਹਿਣ ਦਾ ਭਾਵ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਕੇਸ ਆ ਇਹ ਲੜਦੇ ਰਹੇ। ਹੁਣ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਕੀ ਇਹ ਯੂਕੇ ਦੇ ਨਾਗਰਿਕ ਨੇ ਜਾਂ ਭਾਰਤ ਦੇ ਨਾਗਰਿਕ ਨੇ, ਕਿਉਂਕਿ ਕਾਰਨ ਉਹਦਾ ਇਹ ਆ, ਵੈਸੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ, ਕਿਉਂਕਿ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਜਿਹੜਾ ਫੋਰਨ ਕੋਈ ਵੀ ਲਾਇਰ ਆ, ਵਿਦੇਸ਼ੀ ਲਾਇਰ ਆ, ਵਕੀਲ ਆ, ਉਹ ਇੱਥੇ ਪੇਸ਼ ਨਹੀਂ ਹੋ ਸਕਦਾ ਕਿਸੇ ਵੀ ਕੋਰਟ ਦੇ ਵਿੱਚ। ਇਹ ਕਾਨੂੰਨ ਬਣਿਆ ਹੋਇਆ। ਮਾਰਚ ਦੇ ਵਿੱਚ, ਇਸੇ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ, ਐਡਵੋਕੇਟਸ ਐਕਟ ਆ 1961 ਦਾ। ਇਹਦੇ ਵਿੱਚ ਅਮੈਂਡਮੈਂਟ ਕਰਕੇ ਇਹ ਗੱਲ ਕਹੀ ਗਈ ਕਿ ਹੁਣ ਜਿਹੜੀਆਂ ਵਿਦੇਸ਼ੀ ਲਾਅ ਫਰਮਸ ਨੇ ਜਾਂ ਵਿਦੇਸ਼ੀ ਲਾਇਰਸ ਨੇ, ਉਹ ਆ ਕੇ ਭਾਰਤੀ ਕੋਰਟਸ ਦੇ ਵਿੱਚ ਅਪੀਅਰ ਹੋ ਸਕਦੇ ਨੇ, ਬਲਕਿ ਭਾਰਤੀ ਜਿਹੜੇ ਕੋਰਟਸ ਨੇ, ਇੱਥੋਂ ਦੀਆਂ ਅਦਾਲਤਾਂ ਨੇ, ਉੱਥੇ ਆ ਕੇ ਆਪਣੀਆਂ ਸੇਵਾਵਾਂ ਦੇ ਸਕਦੇ ਨੇ। ਇੱਥੇ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਗੱਲ ਬਹੁਤ ਕਲੀਅਰ ਕਰਦਾ ਕਿ ਜਿਹੜੇ ਬਾਰ ਕਾਉਂਸਲ ਆਫ ਇੰਡੀਆ BCI, ਉਹਨਾਂ ਨੇ ਜਿਹੜੇ ਰੂਲਸ ਬਣਾਏ ਸੀ, ਰੂਲਸ ਫਰੇਮ ਕੀਤੇ ਸੀ ਇਸ ਐਕਟ ਦੇ ਅਮੈਂਡਮੈਂਟ ਤੋਂ ਬਾਅਦ, ਉਹਦੇ ਵਿੱਚ ਇਹ ਗੱਲ ਬੜੀ ਕਲੀਅਰ ਕਰਤੀ ਸੀ ਕਿ ਜਿਹੜੀਆਂ ਲਾਅ ਫਰਮਸ ਨੇ ਬਾਹਰਲੀਆਂ, ਵਿਦੇਸ਼ੀ ਜਾਂ ਜਿਹੜੇ ਵਿਦੇਸ਼ੀ ਐਡਵੋਕੇਟਸ ਨੇ, ਲਾਇਰਸ ਨੇ, ਵਕੀਲ ਨੇ, ਉਹ ਕੇਵਲ ਤੇ ਕੇਵਲ ਆਪਣੀ ਕੰਸਲਟੈਂਸੀ ਦੇ ਸਕਦੇ ਆ, ਸਲਾਹ ਦੇ ਸਕਦੇ ਆ, ਮਸ਼ਵਰੇ ਦੇ ਸਕਦੇ ਆ, ਉਹ ਆਪ ਆ ਕੇ ਫਿਜ਼ੀਕਲੀ ਅਪੀਅਰ ਨਹੀਂ ਹੋ ਸਕਦੇ। ਇਸੇ ਕਰਕੇ ਹਰੀਸ਼ ਸਾਲਵੇ ਉੱਤੇ ਜਿਹੜੇ ਸਵਾਲ ਖੜੇ ਹੁੰਦੇ, ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਸਾਰੇ ਉਹਨਾਂ ਨੂੰ ਕਹਿ ਰਹੇ ਸੀ ਦੇਖੋ ਜੀ ਇਹ ਤਾਂ ਯੂਕੇ ਦੇ ਨਾਗਰਿਕ ਨੇ, ਇਹ ਤਾਂ ਇੰਗਲੈਂਡ ਦੇ ਨਾਗਰਿਕ ਨੇ, ਜਾਂ ਤਮਾਮ ਤਰ੍ਹਾਂ ਦੇ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਕਸ਼ੇ ਕੁਮਾਰ ਜਿਹੜੇ ਸਾਡੇ ਫਿਲਮਾਂ ਦੇ ਐਕਟਰ ਨੇ, ਉਹਨਾਂ ਨੂੰ ਕਿਸ ਤਰ੍ਹਾਂ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਵਾਪਸ ਲੈਣੀ ਪੈ ਗਈ। ਉਹਨਾਂ ਤੇ ਤਮਾਮ ਤਰ੍ਹਾਂ ਦੇ ਹਮਲੇ ਹੁੰਦੇ ਸੀ ਸੋਸ਼ਲ ਮੀਡੀਆ ਤੇ। ਜਦੋਂ ਵੀ ਉਹ ਭਾਰਤ ਦੀ ਗੱਲ ਕਰਦੇ ਸੀ, ਕਿਸੇ ਤਰ੍ਹਾਂ ਦੀ ਸਮਰਥਨ ਕਰਦੇ ਸੀ, ਤੇ ਲੋਕ ਸਾਰੇ ਉਹਨਾਂ ਦੇ ਪਿੱਛੇ ਪੈ ਜਾਂਦੇ ਸੀ, ਟ੍ਰੋਲਿੰਗ ਹੁੰਦੀ ਸੀ ਉਹਨਾਂ ਦੀ। ਕਹਿੰਦੇ ਪਹਿਲਾਂ ਆਪਣੀ ਜਿਹੜੀ ਵਿਦੇਸ਼ੀ ਨਾਗਰਿਕਤਾ ਜਾਂ ਜਿਹੜੀ ਕੈਨੇਡੀਅਨ ਸਿਟੀਜ਼ਨਸ਼ਿਪ ਆ, ਘੱਟੋ ਘੱਟ ਉਹਨੂੰ ਤਾਂ ਛੱਡੋ, ਆਖਿਰਕਾਰ ਖੈਰ ਉਹਨਾਂ ਨੇ ਛੱਡਤੀ। ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਹੁਣ ਹਰੀਸ਼ ਸਾਲਵੇ ਤੇ ਵੀ ਉਸੇ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਇਹਨਾਂ ਨੂੰ ਉਸ ਪੈਨਲ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਬਾਰੇ ਆਪਣਾ ਆਖਰੀ ਫੈਸਲਾ ਲੈਣਾ, ਪੂਰੀ ਰਿਪੋਰਟ ਦੇਣੀ ਆ। ਤੇ ਕੀ ਇਹ ਹੋ ਸਕਦਾ ਕਿ ਕੋਈ ਬਾਹਰਲਾ ਵਿਅਕਤੀ, ਜੇ ਉਹਨਾਂ ਕੋਲੇ ਬਾਹਰਲੀ ਨਾਗਰਿਕਤਾ ਹੈ, ਤਾਂ ਆ ਕੇ ਭਾਰਤੀ ਉਸ ਪੈਨਲ ਤੇ ਬੈਠੇ ਜਾਂ ਉਸ ਪੈਨਲ ਦਾ ਮੈਂਬਰ ਹੋਵੇ ਜਿਸ ਨੇ ਇੰਨਾ ਮਹੱਤਵਪੂਰਨ, ਇੰਨਾ ਇੰਪੋਰਟੈਂਟ ਫੈਸਲਾ ਲੈਣਾ? ਦੂਸਰੇ ਪਾਸੇ ਜੇ ਨਹੀਂ ਹੈਗੀ, ਇਸ ਗੱਲ ਨੂੰ ਵੀ ਕਲੀਅਰ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਸੱਚਾਈ ਹੈ ਜਿਹੜੀ ਉਹ ਪਤਾ ਲੱਗ ਸਕੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।